ਲੜੀਵਾਰ ਕਥਾ ਰਾਗ ਬਿਲਾਵਲ ਵਿੱਚ ਆਪ ਜੀ ਸਰਵਣ ਕਰ ਰਹੇ ਹੋ। 831 ਅੰਗ ਤੇ ਕਥਾ ਪਹੁੰਚੀ ਹੈ। ਰਾਗ ਬਿਲਾਵਲ ਦੀਆਂ ਅਸ਼ਟਪਦੀਆਂ ਪ੍ਰਾਰੰਭ ਹੋ ਰਹੀਆਂ ਨੇ। 9ਵੇਂ ਪਾਤਸ਼ਾਹ ਜੀ ਦੀ ਪਾਵਨ ਬਾਣੀ ਸੰਪੰਨ ਹੋਈ ਹੈ। ਸਰਵਣ ਕਰਨ ਤੋਂ ਪਹਿਲਾਂ ਗੁਰੂ ਚਰਨਾਂ ਵਿੱਚ ਹਾਜ਼ਰੀ ਲਵਾਓ। ਆਖੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਬਿਲਾਵਲ ਅਸ਼ਟਪਦੀਆਂ ਮਹੱਲਾ ਪਹਿਲਾ। ਘਰ ਦਸਵਾਂ ਇੱਕ ਓੰਕਾਰ ਸਤਿਗੁਰ ਪ੍ਰਸਾਦ। ਬਿਲਾਵਲ ਰਾਗ ਹੈ। ਅਸ਼ਟਪਦੀਆਂ ਹਨ ਰਾਗ ਬਿਲਾਵਲ ਦੀਆਂ ਤੇ ਮਹੱਲੇ ਪਹਿਲੇ ਦੀਆਂ ਧੰਨ ਗੁਰੂ ਨਾਨਕ ਸਾਹਿਬ ਜੀ ਦੀਆਂ ਉਚਾਰਨ ਕੀਤੀਆਂ ਹੋਈਆਂ। 10ਵੇਂ ਘਰ ਸੁਰਤਾਲ ਵਿੱਚ ਅਸ਼ਟਪਦੀਆਂ ਨੂੰ ਗਾਇਨ ਕਰਨਾ ਹੈ। ਮੰਗਲਾਚਰਨ ਕਰਦੇ ਨੇ। ਵਾਹਿਗੁਰੂ ਇੱਕ ਹੈ ਓੰਕਾਰ ਜੋ ਸਾਰਿਆਂ ਵਿੱਚ ਵਿਆਪਕ ਔਰ ਸਰਬ ਦਾ ਪ੍ਰਕਾਸ਼ਕ ਹੈ। ਸਤਿਗੁਰਾਂ ਦੀ ਕਿਰਪਾ ਦੁਆਰਾ ਤਿਸ ਪਾਰ ਬ੍ਰਹਮ ਪਰਮੇਸ਼ਰ ਦੇ ਸਰੂਪ ਦੀ ਪ੍ਰਾਪਤੀ ਹੁੰਦੀ ਹੈ। ਨਿਕਟ ਵਸੈ ਦੇਖੈ ਸਭ ਸੋਈ। ਮਹਾਰਾਜ ਜੀ ਕਹਿੰਦੇ ਹੋ ਸੱਜਣਾ ਕਿਹੜੇ ਭੁਲੇਖੇ 'ਚ ਟੁਰਿਆ ਫਿਰਦਾ ਵੀ ਰੱਬ ਦੂਰ ਹੈ। ਮੈਨੂੰ ਕਿਹੜਾ ਕੋਈ ਵੇਖਦਾ, ਮੈਂ ਜੋ ਮਰਜ਼ੀ ਕਰੀ ਜਾਵਾਂ। ਆਪਣੇ ਮਨ ਵਿੱਚ ਅਸੀਂ ਕਿੰਨਾ ਕੁਝ ਸੋਚਦੇ ਹਾਂ। ਆਪਣੇ ਹਿਰਦੇ ਵਿੱਚ ਕਿਤਨਾ ਮਲਨ ਸੋਚਦੇ ਹਾਂ, ਕਿਤਨੀਆਂ ਬੁਰਾਈਆਂ ਚਿਤਵਦੇ ਹਾਂ ਤੇ ਸੋਚਦੇ ਹਾਂ ਇਹਦਾ ਮੈਨੂੰ ਹੀ ਪਤਾ, ਕਿਹੜਾ ਕਿਸੇ ਨੂੰ ਪਤਾ। ਸਰੀਰ ਕਰਕੇ ਵੀ ਬਹੁਤ ਕੁਝ ਐਸਾ ਕਰਦੇ ਹਾਂ ਇਹ ਸੋਚ ਕੇ ਵੀ ਕਿਹੜਾ ਕੋਈ ਵੇਖਦਾ। ਬਚਨਾਂ ਕਰਕੇ ਵੀ, ਬੋਲਾਂ ਕਰਕੇ ਵੀ ਇਹੋ ਜਿਹੇ ਬੋਲ ਬੋਲਦੇ ਆ ਵੀ ਕਿਹੜਾ ਕਿਸੇ ਨੂੰ ਪਤਾ ਲੱਗਾ ਮੈਂ ਜੋ ਬੋਲਿਆ। ਮਹਾਰਾਜ ਜੀ ਕਹਿੰਦੇ ਉਹ ਕਿਹੜੇ ਭਰਮ 'ਚ ਟੁਰਿਆ ਫਿਰਦਾ। ਰੱਬ ਤੇਰੇ ਕੋਲ ਵਸਦਾ ਤੇ ਤੇਰੀ ਹਰ ਹਰਕਤ ਨੂੰ ਵੇਖ ਰਿਹਾ। ਨਿਕਟ ਵਸੈ ਦੇਖੈ ਸਭ ਸੋਈ। ਉਹ ਕੋਲ ਹੋ ਕੇ ਸਭ ਕੁਝ ਵੇਖਦਾ, ਸਭ ਕੁਝ ਤੱਕ ਰਿਹਾ। ਕੋਲ ਵਸਦਾ ਤੇ ਕੋਲ ਹੋ ਕੇ ਵੇਖ ਵੀ ਰਿਹਾ। ਇਹ ਭੁਲੇਖਾ ਹੈ ਤੇਰਾ ਵੀ ਕੋਈ ਨਹੀਂ ਵੇਖਦਾ ਤੈਨੂੰ, ਉਹ ਵੇਖ ਰਿਹਾ। ਫਿਰ ਇਸ ਤਰ੍ਹਾਂ ਵੀ ਸਮਝ ਕਿ ਹੇ ਵਾਹਿਗੁਰੂ ਜੋ ਮੈਂ ਕਰਦਾ ਹਾਂ, ਜੋ ਮੈਂ ਵੇਖਦਾ ਹਾਂ, ਜੋ ਮੈਂ ਬੋਲਦਾ ਹਾਂ, ਜੋ ਮੈਂ ਸੋਚਦਾ ਹਾਂ, ਤੂੰ ਮੇਰੇ ਹਰ ਇੱਕ ਕਰਮ ਨੂੰ ਕੋਲ ਹੋ ਕੇ ਵੇਖਣ ਵਾਲਾ ਵੇਖ ਰਿਹਾ। ਨਿਕਟ ਵਸੈ ਕੋਲ ਵਸਦਾ, ਦੇਖੈ ਸਭ ਸੋਈ, ਉਹ ਸਭ ਕੁਝ ਵੇਖਦਾ। ਹਾਂਜੀ। ਗੁਰਮੁਖ ਵਿਰਲਾ ਬੂਝੈ ਕੋਈ। ਪਰ ਇਸ ਗੱਲ ਨੂੰ ਕੋਈ ਵਿਰਲਾ ਗੁਰਮੁਖ ਬੁੱਝਦਾ, ਹਰ ਇੱਕ ਨੂੰ ਇਹਦਾ ਬੋਧ ਨਹੀਂ ਹੁੰਦਾ। ਇੱਕ ਮਹਾਤਮਾ ਸੀ, ਉਹਦੇ ਪਾਸ 2 ਚੇਲੇ ਆਏ। ਕਹਿੰਦੇ ਜੀ ਅਸੀਂ ਤੁਹਾਡੇ ਸ਼ਾਗਿਰਦ ਬਣਨਾ। ਉਹ ਮਹਾਤਮਾ ਕਹਿਣ ਲੱਗੇ ਵੀ ਮੈਂ ਪਹਿਲਾਂ ਤੁਹਾਡੀ ਪਰਖ ਕਰਨੀ ਹੈ, ਫਿਰ ਤੁਹਾਨੂੰ ਦੋਨਾਂ ਚੋਂ ਕਿਹਨੂੰ ਚੇਲਾ ਬਣਾਉਣਾ ਕਿ ਨਹੀਂ ਬਣਾਉਣਾ ਉਹ ਬਾਅਦ ਵਿੱਚ ਵੇਖਾਂਗਾ। ਏਦਾਂ ਕਰੋ ਵੀ ਇਹ 2 ਕਬੂਤਰ ਨੇ, ਦੋਵੇਂ ਜਣੇ ਇੱਕ ਇੱਕ ਕਬੂਤਰ ਲੈ ਜਾਓ ਤੇ ਉੱਥੇ ਮਾਰ ਕੇ ਲਿਆਇਓ ਜਿੱਥੇ ਕੋਈ ਵੇਖਦਾ ਨਾ ਹੋਵੇ। ਦੋਨਾਂ ਨੇ ਇੱਕ ਇੱਕ ਕਬੂਤਰ ਲਿਆ। ਇੱਕ ਗਿਆ ਜੰਗਲ ਜੇ ਵਿੱਚ ਬੀਆਬਾਨ ਉਜਾੜ ਵੇਖਿਆ, ਜਾ ਕੇ ਕਬੂਤਰ ਦੀ ਸੰਘੀ ਮਰੋੜੀ ਤੇ ਮਾਰ ਦਿੱਤਾ। ਇੱਥੇ ਕਿਹੜਾ ਕੋਈ ਵੇਖਦਾ। ਜਿਹੜਾ ਦੂਜਾ ਸੀ ਉਹ ਸੂਖਮ ਬਿਰਤੀ ਵਾਲਾ ਸੀ। ਬਿਰਤੀਆਂ ਸਥੂਲ ਤੇ ਸੂਖਮ ਹੁੰਦੀਆਂ। ਸਥੂਲ ਬਿਰਤੀ ਵਾਲਾ ਕੋਈ ਸੋਚ ਵਿਚਾਰ ਨਹੀਂ ਕਰਦਾ। ਜਿਹੜਾ ਸੂਖਮ ਬਿਰਤੀ ਵਾਲਾ ਹੁੰਦਾ ਉਹ ਵਿਚਾਰ ਕਰਦਾ। ਉਹ ਜਾ ਕੇ ਕਬੂਤਰ ਜੰਗਲ ਜੇ ਵਿੱਚ ਗਿਆ, ਮਾਰਨ ਲੱਗਾ ਤੇ ਵੇਖ ਕੇ ਕਹਿੰਦਾ ਵੀ ਮਹਾਂਪੁਰਸ਼ਾਂ ਮਹਾਤਮਾ ਜੀ ਨੇ ਕਿਹਾ ਸੀ ਵੀ ਉੱਥੇ ਮਾਰਿਓ ਜਿੱਥੇ ਕੋਈ ਵੇਖਦਾ ਨਾ ਹੋਵੇ। ਇੱਥੇ ਤਾਂ ਪੰਛੀ ਵੇਖਦੇ ਨੇ ਦਰਖਤ ਦੇ ਉੱਤੇ ਬੈਠੇ। ਉਹ ਗੁਫਾ ਵਿੱਚ ਚਲਾ ਗਿਆ, ਇੱਕ ਪਹਾੜ ਦੀ ਗੁਫਾ, ਵੀ ਇੱਥੇ ਕੋਈ ਨਹੀਂ ਵੇਖ ਰਿਹਾ।
ਫਿਰ ਮਾਰਨ ਲੱਗਾ ਤੇ ਸੋਚਣ ਲੱਗਾ ਵੀ ਇਹ ਕਬੂਤਰ ਤਾਂ ਵੇਖ ਰਿਹਾ ਜਿਹਨੂੰ ਮਾਰਨਾ। ਮਹਾਤਮਾ ਨੇ ਕਿਹਾ ਸੀ ਵੀ ਉੱਥੇ ਮਾਰਨਾ ਜਿੱਥੇ ਕੋਈ ਵੇਖਦਾ ਨਾ ਹੋਵੇ। ਉਹਨੇ ਕਬੂਤਰ ਦੀਆਂ ਅੱਖਾਂ ਤੇ ਵੀ ਪੱਟੀ ਬੱਧੀ। ਫਿਰ ਮਾਰਨ ਲੱਗਾ ਤੇ ਫਿਰ ਸੋਚਿਆ ਵੀ ਕੋਈ ਵੇਖਦਾ ਨਾ ਹੋਵੇ, ਮੈਂ ਤਾਂ ਵੇਖ ਰਿਹਾ। ਆਪਣੀਆਂ ਅੱਖਾਂ ਵੀ ਬੰਦ ਕਰ ਲਈਆਂ। ਜਦੋਂ ਆਪਣੀਆਂ ਅੱਖਾਂ ਬੰਦ ਕੀਤੀਆਂ ਫਿਰ ਮਾਰਨ ਲੱਗਾ ਤੇ ਸੋਚਿਆ ਕੋਈ ਨਾ ਵੇਖਦਾ ਹੋਵੇ, ਪਰ ਇੱਥੇ ਰੱਬ ਤਾਂ ਵੇਖ ਰਿਹਾ। ਉਹ ਤਾਂ ਹਰ ਜਗ੍ਹਾ ਤੇ ਵੇਖਦਾ, ਉਹਦੀਆਂ ਅੱਖਾਂ ਤੇ ਤਾਂ ਪਰਦਾ ਪਾਇਆ ਹੀ ਨਹੀਂ ਜਾ ਸਕਦਾ। ਉਹ ਜਿਉਂਦਾ ਹੀ ਕਬੂਤਰ ਵਾਪਸ ਲਾਇਆ, ਕਹਿੰਦਾ ਜੀ ਕੋਈ ਜਗ੍ਹਾ ਇਹੋ ਜਿਹੀ ਹੈ ਹੀ ਨਹੀਂ ਜਿੱਥੇ ਉਹ ਰੱਬ ਨਾ ਵੇਖਦਾ ਹੋਵੇ। ਮਹਾਤਮਾ ਕਹਿਣ ਲੱਗੇ ਤੂੰ ਮੇਰਾ ਚੇਲਾ ਬਣ ਸਕਦਾ। ਜਦੋਂ ਨੇਤਰ ਬੰਦ ਕੀਤੇ ਫਿਰ ਸਮਝ ਆਈ ਵੀ ਉਹ ਵੇਖ ਰਿਹਾ। ਜਦੋਂ ਸੁਰਤੀ ਅੰਤਰਮੁਖੀ, ਜਦੋਂ ਤੱਕ ਸਾਡੀ ਬਿਰਤੀ ਬਾਹਰ ਮੁਖੀ ਹੈ, ਸਾਨੂੰ ਇਹ ਸਮਝ ਨਹੀਂ ਪੈਣੀ ਵੀ ਉਹ ਵੇਖਦਾ। ਜਿਵੇਂ ਜਿਵੇਂ ਸਾਡੀ ਸੁਰਤ ਅੰਤਰਮੁਖੀ ਹੋਵੇਗੀ, ਬਿਰਤੀ ਅੰਤਰਮੁਖੀ ਹੋਵੇਗੀ, ਫਿਰ ਇਹ ਸੋਝੀ ਆਵੇਗੀ, ਫਿਰ ਇਹ ਗਿਆਨ ਆਵੇਗਾ ਕਿ ਉਹ ਵਾਹਿਗੁਰੂ ਪਰਮੇਸ਼ਰ ਕੋਲ ਵਸ ਕੇ ਸਭ ਕੁਝ ਵੇਖਦਾ ਹੈ, ਹਰ ਜਗ੍ਹਾ ਤੇ ਵੇਖ ਰਿਹਾ ਹੈ। ਨਿਕਟ ਬਸੈ ਦੇਖੈ ਸਭ ਸੋਈ, ਗੁਰਮੁਖ ਵਿਰਲਾ ਬੂਝੈ ਕੋਈ। ਕੋਈ ਵਿਰਲਾ ਇਸ ਗੱਲ ਨੂੰ ਬੁੱਝਦਾ, ਸਾਰੇ ਨਹੀਂ ਬੁੱਝਦੇ। ਹਾਂਜੀ। ਵਿਣ ਭੈ ਪਇਐ ਭਗਤ ਨਾ ਹੋਈ। ਪਰਮੇਸ਼ਰ ਦੇ ਭੈ ਤੋਂ ਬਿਨਾਂ ਉਹਦੀ ਭਗਤੀ ਨਹੀਂ ਹੋ ਸਕਦੀ। ਵਿਣ ਭੈ ਪਇਐ ਭਗਤ ਨਾ ਹੋਈ। ਪਰਮੇਸ਼ਰ ਦਾ ਜਦੋਂ ਤੱਕ ਭਉ ਨਹੀਂ, ਉਹਦਾ ਡਰ ਨਹੀਂ, ਉਦੋਂ ਤੱਕ ਉਹਦੀ ਭਗਤੀ ਨਹੀਂ ਹੋ ਸਕਦੀ। ਭਗਤੀ ਦਾ ਪਹਿਲਾ ਭੱਬਾ ਅੱਖਰ ਹੀ ਭਉ ਦਾ ਵਾਚਕ ਹੈ, ਡਰ ਦਾ ਵਾਚਕ ਹੈ। ਪਰਮੇਸ਼ਰ ਦਾ ਡਰ, ਅਕਾਲ ਪੁਰਖ ਦਾ ਭੈ। ਉਹਦੇ ਭੈ ਵਿੱਚ ਹੀ ਉਹਦੇ ਵੱਲ ਟੁਰਿਆ ਜਾ ਸਕਦਾ। ਉਹਦੇ ਭੈ ਬਿਨਾਂ ਉਹਦੇ ਵੱਲ ਟੁਰਿਆ ਨਹੀਂ ਜਾ ਸਕਦਾ। ਪਰਮੇਸ਼ਰ ਦੇ ਭੈ ਤੋਂ ਬਿਨਾਂ ਉਹਦੀ ਭਗਤੀ ਨਹੀਂ ਹੁੰਦੀ। ਸ਼ਬਦ ਰਤੇ ਸਦਾ ਸੁਖ ਹੋਈ। ਜਿਹੜੇ ਉਹਦੇ ਸ਼ਬਦ ਦੇ ਪ੍ਰੇਮ ਰੰਗ ਵਿੱਚ ਰੰਗੇ ਗਏ, ਉਹ ਸਦਾ ਵਾਸਤੇ ਸੁਖੀ ਹੋ ਗਏ। ਉਹਨਾਂ ਨੂੰ ਸदैवी ਸੁਖ ਪ੍ਰਾਪਤ ਹੋ ਗਿਆ। ਐਸਾ ਗਿਆਨ ਪਦਾਰਥ ਨਾਮ। ਪਰਮੇਸ਼ਰ ਦਾ ਜਿਹੜਾ ਨਾਮ ਰੂਪੀ ਪਦਾਰਥ ਹੈ ਜਾਂ ਗਿਆਨ ਰੂਪੀ ਪਦਾਰਥ ਹੈ, ਇਹ ਐਸਾ ਹੈ। ਇਹਦੇ ਵਿੱਚ ਗਿਆਨ ਵੀ ਹੈ, ਇਹਦੇ ਵਿੱਚ ਸਭ ਕੁਝ ਹੈ। ਗੁਰਮੁਖ ਪਾਵਸ ਰਸ ਰਸ ਮਾਨ। ਜਿਹੜੇ ਗੁਰਮੁਖ ਨੇ ਉਹ ਇਸ ਨਾਮ ਤੇ ਭਗਤੀ ਦੇ ਰਸ ਦੇ ਵਿੱਚ ਰਸ ਰਸ ਕੇ ਆਪਣੇ ਆਪ ਨੂੰ ਸੰਸਾਰ ਦੇ ਵਿੱਚ ਤੇ ਲੋਕ ਪਰਲੋਕ ਦੋਹਾਂ ਜਹਾਨਾਂ 'ਚ ਮਾਣ ਪ੍ਰਾਪਤ ਕਰਦੇ ਹਨ। ਰਹਾਉ ਗਿਆਨ ਗਿਆਨ ਕਥੈ ਸਭ ਕੋਈ। ਗਿਆਨ ਗਿਆਨ ਸਾਰੇ ਹੀ ਕਹਿੰਦੇ। ਜ਼ੁਬਾਨ ਤੋਂ ਤਾਂ ਮੈਂ ਵੀ ਕਹਿ ਦੇਣਾ ਵੀ ਮੈਂ ਗਿਆਨੀ ਆ। ਜ਼ੁਬਾਨ ਤੋਂ ਤਾਂ ਬੜੇ ਲੋਕ ਕਹਿ ਦਿੰਦੇ ਆ ਜੀ ਅਸੀਂ ਗਿਆਨ ਨੂੰ ਜਾਣਦੇ ਆ, ਸਾਨੂੰ ਪਤਾ ਗਿਆਨ ਕੀ ਹੁੰਦਾ। ਗਿਆਨ ਗਿਆਨ ਦੀ ਗੱਲ ਸਾਰੇ ਕਰ ਲੈਂਦੇ ਹਨ। ਕਥ ਕਥ ਬਾਦ ਕਰੇ ਦੁਖ ਹੋਏ। ਪਰ ਇਸ ਗਿਆਨ ਨੂੰ ਕਥ ਕਥ ਕੇ ਬਾਦ ਵਿਅਰਥ ਹੀ ਝਗੜਾ ਕਰਦੇ ਆ ਸੰਸਾਰ ਦੇ ਵਿੱਚ, ਤੇ ਇਹਨਾਂ ਨੂੰ ਦੁੱਖ ਪ੍ਰਾਪਤ ਹੁੰਦਾ। ਹੱਥ ਕਹਿਣਾ ਤੇ ਰਹਿ ਨਾ ਕੋਈ। ਕੇਵਲ ਕਥਨ ਤੇ ਜੋ ਕਹਿੰਦੇ ਹਨ ਉਹਦੇ ਤੇ ਕੋਈ ਟਿਕਦਾ ਨਹੀਂ ਹੈ। ਜੋ ਅਸੀਂ ਕਹਿੰਦੇ ਆ ਉਹ ਕਰਦੇ ਤਾਂ ਨਹੀਂ ਹਾਂ। ਗਿਆਨ ਦੀਆਂ ਬਾਤਾਂ ਅਸੀਂ ਬਹੁਤ ਕਰਦੇ ਹਾਂ, ਪਰ ਉਸ ਕਹੀਆਂ ਹੋਈਆਂ ਗਿਆਨ ਦੀਆਂ ਬਾਤਾਂ ਦੇ ਉੱਤੇ ਅਸੀਂ ਨਹੀਂ ਟਿਕਦੇ। ਕਿਤਨਾ ਕਿਤਨਾ ਗਿਆਨ ਗਿਆਨਵਾਨ ਲੋਕ ਕਥਨ ਕਰਦੇ ਆ, ਪਰ ਉਹਦੇ ਤੇ ਚੱਲਦੇ ਨਹੀਂ ਹਨ। ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਮਹਾਂਪੁਰਸ਼ ਬੜਾ ਸੁੰਦਰ ਬਚਨ ਕਹਿੰਦੇ। ਉਹ ਕਹਿੰਦੇ ਇੱਕ ਪੰਡਤ ਜੀ ਕਥਾ ਕਰ ਰਹੇ ਸਨ। ਕਥਾ ਕਰਦਿਆਂ ਉਹਨਾਂ ਆਖਿਆ ਜਿਹੜਾ ਰਾਮ ਰਾਮ ਕਰਦਾ ਉਹ ਸੰਸਾਰ ਸਮੁੰਦਰ ਤੋਂ ਤਰ ਜਾਂਦਾ ਹੈ। ਇੱਕ ਗੁਜਰੀ ਸੀ, ਦੁੱਧ ਪਾਉਣ ਆਉਂਦੀ ਨਗਰ ਵਿੱਚ।
ਉਹਨੇ ਪੰਡਤ ਜੀ ਦੇ ਮੁਖੋਂ ਸੁਣਿਆ ਵੀ ਰਾਮ ਰਾਮ ਦੇ ਵਿੱਚ ਏਡੀ ਤਾਕਤ ਹੈ ਵੀ ਸੰਸਾਰ ਸਮੁੰਦਰ ਤਰ ਜਾਈਦਾ, ਵੀ ਮੈਂ ਤਾਂ ਇੱਕ ਨਹਿਰ ਤੋਂ ਰੋਜ਼ ਲੰਘ ਕੇ ਆਉਣੀ ਹੈ, ਕਿਸ਼ਤੀ ਵਿੱਚ ਪੈਸੇ ਲੱਗਦੇ ਐ, ਵੀ ਇਹ ਨਹਿਰ ਤਾਂ ਕੁਝ ਵੀ ਨਹੀਂ। ਜੇ ਸਮੁੰਦਰ ਤਰਿਆ ਜਾ ਸਕਦਾ ਤੇ ਨਦੀ ਤਰਨੀ ਕਿਹੜਾ ਔਖੀ ਹੈ। ਭਰੋਸਾ ਵੱਜ ਗਿਆ ਰਾਮ ਰਾਮ ਦੇ ਉੱਤੇ, ਤੇ ਨਦੀ ਦੇ ਉੱਤੋਂ ਦੀ ਤੁਰ ਕੇ ਲੰਘ ਜਾਇਆ ਕਰੇ। ਕੁਝ ਦਿਨ ਬੀਤ ਗਏ, ਮਨ 'ਚ ਖਿਆਲ ਆਇਆ, ਰਾਮ ਰਾਮ ਜਪਦਿਆਂ ਸੁਰਤ ਨਿਰਮਲ ਹੋ ਗਈ ਵੀ ਜਿਹੜੇ ਪੰਡਤ ਜੀ ਨੇ ਇਹ ਬਚਨ ਕਹੇ ਸੀ ਉਹਨਾਂ ਦਾ ਪਰਉਪਕਾਰ ਹੈ, ਮੈਂ ਸੁਣ ਕੇ ਮੰਨੇ ਨੇ। ਉਹਨਾਂ ਨੂੰ ਬੇਨਤੀ ਕਰਕੇ ਘਰ ਸੱਦਾਂ ਤੇ ਉਹਨਾਂ ਦੀ ਸੇਵਾ ਟਹਿਲ ਕਰਾਂ। ਪੰਡਤ ਜੀ ਕੋਲ ਗਈ, ਕਹਿਣ ਲੱਗੀ, ਪੰਡਤ ਜੀ ਚਲੋ ਮੇਰੇ ਨਾਲ ਘਰ, ਮੈਂ ਤੁਹਾਡੀ ਸੇਵਾ ਟਹਿਲ ਕਰਨੀ ਹੈ, ਭੋਜਨ ਪਾਣੀ ਦਾ ਪ੍ਰਬੰਧ ਕਰਨਾ ਹੈ। ਪੰਡਤ ਜੀ ਚੱਲ ਪਏ, ਨਦੀ ਤੇ ਆਏ। ਪੰਡਤ ਜੀ ਕਹਿਣ ਵੀ ਕਿਸ਼ਤੀ ਮੰਗਾਓ। ਉਹ ਕਹਿਣ ਲੱਗੀ ਵੀ ਕਿਸ਼ਤੀ ਦੀ ਕੀ ਲੋੜ ਹੈ, ਰਾਮ ਰਾਮ ਕਹਿ ਕੇ ਸੰਸਾਰ ਸਮੁੰਦਰ ਤਰ ਜਾਈਦਾ, ਤਾਂ ਛੋਟੀ ਜੀ ਨਹਿਰ ਹੈ, ਤੁਸੀਂ ਕਿਹਾ ਸੀ ਵੀ ਮੈਂ ਤਾਂ ਰਾਮ ਰਾਮ ਕਰਦੀ ਰੋਜ਼ ਇਹਦੇ ਤੋਂ ਲੰਘ ਜਾਂਦੀ ਹਾਂ। ਪੰਡਤ ਜੀ ਸੋਚਣ ਲੱਗ ਪਏ ਵੀ ਮੈਂ ਹੀ ਕਹਿ ਕੇ ਆਪ ਹੀ ਫਸ ਗਿਆ, ਵੀ ਇਹਨੇ ਕਿਸ ਪਾਸੇ ਗੱਲ ਲਾ ਲਈ, ਮੈਂ ਤਾਂ ਸੰਸਾਰ ਸਮੁੰਦਰ ਦੀ ਗੱਲ ਕਹੀ ਹੈ, ਨਾ ਹੁਣ ਉਹਨੂੰ ਕਹਿਣ ਜੋਗੇ। ਪੰਡਤ ਜੀ ਨੇ ਨਹਿਰ 'ਚ ਪੈਰ ਧਰੇ ਤੇ ਥੋੜਾ ਥੋੜਾ ਜਿਹਾ ਅੱਗੇ ਨੂੰ ਵੱਧਦੇ ਜਾਣ, ਗਲ ਤਾਈਂ ਪਾਣੀ ਆ ਗਿਆ ਤੇ ਗੁਜਰੀ ਨੇ ਬਾਂਹ ਫੜ ਕੇ ਬੜੇ ਔਖੇ ਤਰੀਕੇ ਨਾਲ ਇਹਨੂੰ ਨਦੀ 'ਚੋਂ ਪਾਰ ਕੱਢਿਆ। ਮਹਾਂਪੁਰਸ਼ ਏਦਾਂ ਕਥਾ ਕਰਦਿਆਂ ਕਹਿੰਦੇ ਸਾਡੀ ਦਸ਼ਾ ਉਸ ਪੰਡਤ ਵਰਗੀ ਹੈ, ਤੇ ਜਿਹੜੇ ਕਥਾ ਸੁਣਨ ਵਾਲੇ ਨੇ ਉਸ ਗੁਜਰੀ ਵਾਂਗੂ ਭਰੋਸਾ ਰੱਖਣ ਵਾਲੇ ਆ। ਅਸੀਂ ਜੇ ਆਪਣੀ ਕਰਨੀ ਵੇਖੀਏ ਨਾ ਗਿਆਨੀ, ਤੇ ਆਪਣੀ ਕਰਨੀ ਕਰਕੇ ਅਸੀਂ ਡੁੱਬਣ ਵਾਲੀ ਬਿਰਤੀ ਦੇ ਧਾਰਨੀ ਆ। ਪਰ ਤੁਹਾਡੇ ਵਿੱਚੋਂ ਕੋਈ ਸਰੋਤਾ ਕਮਾਈ ਵਾਲਾ ਸੁਣ ਕੇ ਕਮਾਈ ਕਰੇਗਾ, ਇਹ ਭਰੋਸਾ ਹੈ ਮਨ 'ਚ ਕਿ ਉਹ ਸਾਡੀ ਬਾਂਹ ਫੜ ਕੇ ਵੀ ਸਾਨੂੰ ਤਾਰ ਲਵੇਗਾ। ਇਹ ਭਾਵਨਾ ਰੱਖ ਕੇ ਕਹਿੰਦੇ ਕਥਾਕਾਰਾਂ ਨੂੰ ਕਥਾ ਕਰਨੀ ਚਾਹੀਏ ਕਿ ਕੋਈ ਤਾਂ ਸੁਣਨ ਵਾਲਾ ਹੋਵੇਗਾ ਨਾ ਜਿਹੜਾ ਕਮਾਵੇਗਾ। ਜਿਵੇਂ ਉਹ ਪੰਡਤ ਦੀ ਬਾਂਹ ਫੜ ਕੇ ਤਾਰ ਲਿਆ, ਤੁਹਾਡੇ 'ਚੋਂ ਕੋਈ ਸਾਡੀ ਬਾਂਹ ਫੜੇਗਾ, ਇਹ ਸੰਸਾਰ ਸਮੁੰਦਰ ਤੋਂ ਸਾਨੂੰ ਵੀ ਤਾਰ ਲਏਗਾ। ਨਹੀਂ ਤਾਂ ਕੇਵਲ ਸਾਡੇ ਵਰਗੇ ਕਥਾਕਾਰ ਜਾਂ ਗਿਆਨੀ ਕੇਵਲ ਕਹਿੰਦੇ ਆ, ਕਮਾਉਂਦੇ ਨਹੀਂ। ਮਹਾਰਾਜ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਕਥ ਕਹਿਣਾ ਤੇ ਰਹਿ ਨਾ ਕੋਈ, ਜੋ ਕਹਿ ਰਹੇ ਨੇ ਉਹਦੇ ਤੇ ਰਹਿੰਦੇ ਨਹੀਂ ਹਨ। ਹਾਂਜੀ, ਬਿਨ ਰਸ ਰਾਤੇ ਮੁਕਤ ਨਾ ਹੋਈ, ਬਿਨਾਂ ਪਰਮੇਸ਼ਰ ਦੇ ਪ੍ਰੇਮ ਰਸ ਵਿੱਚ ਰੰਗੇ ਹੋਏ ਮੁਕਤ ਨਹੀਂ ਹੋ ਸਕਦੇ। ਗਿਆਨ ਧਿਆਨ ਸਭ ਗੁਰ ਤੇ ਹੋਈ, ਚਾਹੇ ਗਿਆਨ ਹੈ ਚਾਹੇ ਧਿਆਨ ਹੈ, ਉਹ ਗੁਰੂ ਤੋਂ ਹੀ ਪ੍ਰਾਪਤ ਹੋਣਾ। ਸਾਚੇ ਰਹਿਤ ਸਾਚਾ ਮਨ ਸੋਈ, ਜਿਹੜੇ ਗੁਰੂ ਤੋਂ ਗਿਆਨ ਧਿਆਨ ਪ੍ਰਾਪਤ ਕਰ ਲੈਂਦੇ ਆ, ਉਹਨਾਂ ਦੀ ਰਹਿਣੀ ਵੀ ਸੱਚੀ, ਉਹਨਾਂ ਦੇ ਮਨ ਵਿੱਚ ਵੀ ਸੱਚ ਹੈ। ਮਨ ਮੁਖ ਕਥਨੀ ਹੈ ਪਰ ਰਹਿਤ ਨਾ ਹੋਈ, ਮਨਮੁਖ ਕੇਵਲ ਕਹਿੰਦੇ ਨੇ, ਉਹਦੇ ਤੇ ਟਿਕਦੇ ਨਹੀਂ ਹਨ, ਉਹਨਾਂ ਦੀ ਰਹਿਣੀ ਨਹੀਂ ਹੈ, ਉਹ ਕੇਵਲ ਕਥਨ ਹੀ ਕਰਦੇ ਐ। ਨਾ ਉਹ ਭੁੱਲੇ ਥਾਓ ਨਾ ਕੋਈ, ਪਰਮੇਸ਼ਰ ਦੇ ਨਾਮ ਤੋਂ ਭੁੱਲਿਆਂ ਨੂੰ ਨਾ ਇੱਥੇ ਥਾਂ ਲੱਭਦੀ ਆ ਨਾ ਪਰਲੋਕ ਵਿੱਚ। ਮਨ ਮਾਇਆ ਬੰਧਿਓ ਸਰ ਜਾਲ, ਉਹਨਾਂ ਦਾ ਮਨ ਮਾਇਆ ਦੇ ਬੰਧਨ ਦੇ ਵਿੱਚ ਪਿਆ ਹੋਇਆ ਹੁੰਦਾ, ਜਾਲ ਵਿੱਚ ਬੰਨੇ ਹੋਏ ਹਨ। ਘਟ ਘਟ ਵਿਆਪ ਰਹਿਓ ਬਿਖ ਨਾਲ, ਕਹਿੰਦੇ ਪਰਮੇਸ਼ਰ ਘਟ ਘਟ ਚ ਵਿਆਪ ਰਿਹਾ, ਪਰ ਨਾਲ ਸਾਰੇ ਪਾਸੇ ਜ਼ਹਿਰ ਵੀ ਹੈ। ਇਹ ਜ਼ਹਿਰ ਵਾਲੇ ਪਾਸੇ ਜਾਂਦਾ, ਪਰਮੇਸ਼ਰ ਵਾਲੇ ਪਾਸੇ ਪਿੱਠ ਕਰ ਲੈਂਦਾ। ਜੋ ਆਂਜੈ ਸੋ ਦਿਸੈ ਕਾਲ, ਬਾਦਸ਼ਾਹ ਕਹਿੰਦੇ ਜੋ ਵੀ ਆਇਆ ਸੰਸਾਰ ਵਿੱਚ ਭਾਈ ਇਹਨੇ ਜਾਣਾ ਹੈ। ਕਾਰਜ ਸਿੱਧੋ ਹਿਰਦੈ ਸੰਭਾਲ, ਬਾਦਸ਼ਾਹ ਕਹਿੰਦੇ ਭਾਈ ਪਰਮੇਸ਼ਰ ਦੇ ਨਾਮ ਨੂੰ ਹਿਰਦੇ 'ਚ ਸੰਭਾਲ, ਤੇਰੇ ਕਾਰਜ ਸਿੱਧ ਹੋਣਗੇ। ਸੋ ਗਿਆਨੀ ਜਿਨ ਸ਼ਬਦ ਲਿਵ ਲਾਈ, ਅਸਲ 'ਚ ਗਿਆਨੀ ਉਹ ਹੈ ਜਿਹਨੇ ਗੁਰੂ ਕੇ ਸ਼ਬਦ ਵਿੱਚ ਆਪਣੀ ਲਿਵ ਲਾ
ਲਈਐ। ਮਨ ਮੁਖ ਹਉਮੈ ਪਤ ਗਵਾਈ, ਮਨ ਮੁਖਾਂ ਨੇ ਹਉਮੈ ਵਿੱਚ ਲੱਗ ਕੇ ਆਪਣੀ ਪੱਤ ਰੋਲ ਲਈ ਐ। ਆਪੇ ਕਰਤੈ ਭਗਤ ਕਰਾਈ, ਕਰਤਾ ਪੁਰਖ ਆਪ ਹੀ ਆਪਣੀ ਭਗਤੀ ਕਰਾਉਂਦਾ ਆਪਣੇ ਸੇਵਕਾਂ ਕੋਲੋਂ। ਗੁਰਮੁਖ ਆਪੇ ਦੇ ਵਡਿਆਈ, ਉਹ ਆਪ ਹੀ ਗੁਰਮੁਖਾਂ ਨੂੰ ਆਪਣੇ ਨਾਮ ਜਪਣ ਦੀ ਵਡਿਆਈ ਬਖਸ਼ਦਾ। ਐਨ ਅੰਧਾਰੀ ਨਿਰਮਲ ਜੋਤ, ਇਹ ਮਨੁੱਖੀ ਜ਼ਿੰਦਗੀ ਅਵਿਦਿਆ ਤੇ ਅਗਿਆਨਤਾ ਦੇ ਹਨੇਰੇ ਵਿੱਚ ਹੈ। ਇਹਦੇ ਚ ਪਰਮੇਸ਼ਰ ਦੇ ਨਾਮ ਦੀ ਨਿਰਮਲ ਜੋਤ ਚਾਨਣਾ ਕਰਦੀ ਹੈ। ਨਾਮ ਬਿਨਾ ਝੂਠੇ ਕੁਚਲ ਕਛੋਤ, ਪਰਮੇਸ਼ਰ ਦੇ ਨਾਮ ਤੋਂ ਬਿਨਾਂ ਇਹ ਮਾੜੇ ਚਾਲ ਚੱਲਣ ਵਾਲਾ ਅਪਵਿੱਤਰ ਹੈ। ਇਹ ਆਪ ਮੈਲਾ ਹੋਇਆ, ਦੂਜਿਆਂ ਨੂੰ ਵੀ ਮੈਲਾ ਕਰਦਾ ਹੈ। ਵੇਦ ਪੁਕਾਰੈ ਭਗਤ ਸਰੋਤ, ਭਾਈ ਪਰਮੇਸ਼ਰ ਦੀ ਭਗਤੀ ਸੁਣੋ। ਵੇਦ ਵੀ ਪੁਕਾਰ ਪੁਕਾਰ ਕੇ ਕਹਿ ਰਹੇ ਨੇ। ਸੁਣ ਸੁਣ ਮਾਨੈ ਵੇਖੈ ਜੋਤ, ਜਿਹੜਾ ਵਾਹਿਗੁਰੂ ਜੀ ਦੇ ਸ਼ਬਦ ਨੂੰ ਸੁਣ ਕੇ ਹਿਰਦੇ 'ਚ ਮੰਨਦਾ ਉਹ ਪਰਮੇਸ਼ਰ ਦੀ ਜੋਤ ਨੂੰ ਸਰਬ ਥਾਈਂ ਵਿਆਪਕ ਵੇਖ ਲੈਂਦਾ ਹੈ। ਸ਼ਾਸਤਰ ਸਿਮ੍ਰਿਤ ਨਾਮ ਦਿਰੜਾਮੰ, 6 ਸ਼ਾਸਤਰ 27 ਸਿਮਰਤੀਆਂ ਵੇਦ ਸਭ ਪਰਮੇਸ਼ਰ ਦਾ ਨਾਮ ਹੀ ਦ੍ਰਿੜ ਕਰਾ ਰਹੇ ਹਨ। ਸਭ ਇਹੀ ਕਹਿੰਦੇ ਆ, ਨਾਮ ਜਪੋ, ਨਾਮ ਕਮਾਓ, ਨਾਮ ਧਿਆਵੋ। ਗੁਰਮੁਖ ਸ਼ਾਂਤ ਊਤਮ ਕਰਾਮੰ, ਗੁਰਮੁਖ ਸ਼ਾਂਤ ਅਵਸਥਾ ਨੂੰ ਧਾਰਨ ਕਰਕੇ ਉੱਤਮ ਕਰਮ ਕਰਦੇ ਹਨ, ਸ੍ਰੇਸ਼ਟ ਕਰਮਾਂ 'ਚ ਪ੍ਰਵਿਰਤ ਹੁੰਦੇ ਹਨ। ਮਨਮੁਖ ਜੋਨੀ ਦੁਖ ਸਹਾਮੰ, ਜਿਹੜੇ ਮਨਮੁਖ ਨੇ ਉਹ ਜੂਨੀਆਂ ਦਾ ਦੁੱਖ ਸਹੇੜਦੇ ਐ। ਉਹਨਾਂ ਨੂੰ 84 ਲੱਖ ਜੂਨੀਆਂ ਦੇ ਗੇੜਿਆਂ 'ਚ ਭਟਕਣਾ ਪੈਂਦਾ। ਬੰਧਨ ਟੁੱਟੈ ਇੱਕ ਨਾਮ ਵਸਾਮੰ, ਇਹ ਭਾਈ ਜੇ ਤੂੰ ਹਿਰਦੇ 'ਚ ਇੱਕ ਨਾਮ ਵਸਾ ਲਵੇਂ ਪਰਮੇਸ਼ਰ ਦਾ, ਤਾਂ ਤੇਰੇ ਜਨਮ ਮਰਨ ਦੇ ਬੰਧਨ ਟੁੱਟ ਜਾਣਗੇ। ਤੂੰ ਜਨਮ ਮਰਨ ਦੇ ਬੰਧਨਾਂ ਤੋਂ ਰਹਿਤ ਹੋ ਜਾਵੇਂਗਾ ਜੇ ਪਰਮੇਸ਼ਰ ਦਾ ਨਾਮ ਹਿਰਦੇ 'ਚ ਵਸਾ ਲਵੇਂ। ਮੰਨੇ ਨਾਮ ਸੱਚੇ ਪਤ ਪੂਜਾ, ਜਿਹੜੇ ਪਰਮੇਸ਼ਰ ਦੇ ਨਾਮ ਨੂੰ ਮੰਨਦੇ ਐ ਉਹਨਾਂ ਦੀ ਲੋਕ ਪਰਲੋਕ ਦੋਹਾਂ ਜਹਾਨਾਂ ਵਿੱਚ ਸੱਚੀ ਆਬਰੂ ਹੁੰਦੀ ਹੈ, ਪੂਜਾ ਹੁੰਦੀ ਹੈ। ਨਾਮ ਜਪਣ ਵਾਲਿਆਂ ਦੀ ਪੱਤ ਹੈ, ਨਾਮ ਜਪਣ ਵਾਲਿਆਂ ਦੀ ਪੂਜਾ ਹੈ। ਇਸ ਵੇਖਾ ਨਾਹੀ ਕੋ ਦੂਜਾ, ਮੈਂ ਕਿਸ ਨੂੰ ਵੇਖਾਂ, ਮੇਰੇ ਮਾਲਕ ਤੋਂ ਬਿਨਾਂ ਕੋਈ ਦੂਜਾ ਹੋਰ ਹੈ ਹੀ ਨਹੀਂ। ਦੇਖ ਕਹੋ ਭਾਵੈ ਮਨ ਸੋਏ, ਮੈਂ ਉਹਨੂੰ ਦੇਖ ਕੇ ਹੀ ਕਹਿੰਦਾ ਹਾਂ, ਉਸੇ ਦੇ ਮਨ ਨੂੰ ਭਾਉਂਦਾ ਹਾਂ। ਨਾਨਕ ਕਹੈ ਅਵਰ ਨਾ ਕੋਏ, ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਉਸ ਅਕਾਲ ਪੁਰਖ ਪਰਮੇਸ਼ਰ ਤੋਂ ਬਿਨਾਂ ਕੋਈ ਹੋਰ ਦੂਜਾ ਹੈ ਹੀ ਨਹੀਂ। ਗਰੀਬ ਨਵਾਜ ਸਾਹਿਬ ਜੀ ਦੇ ਅੰਮ੍ਰਿਤ ਬਚਨ ਵਿਚਾਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਕਰਨੀ। ਸਾਧ ਸੰਗਤ ਜੀ, ਬੇਨਤੀ ਹੈ, ਪਰਸੋਂ 5 ਤਰੀਕ ਨੂੰ ਬਸੰਤ ਪੰਚਮੀ ਦੇ ਜੋੜ ਮੇਲ ਹਨ। ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ 9ਵੇਂ ਪਾਤਸ਼ਾਹ ਜੀ ਮਹਾਰਾਜ ਜੀ ਦੇ ਪਾਵਨ ਸਮਾਗਮ ਨੇ। ਇਸ ਸਥਾਨ ਤੇ ਗੁਰਦੇਵ ਨੇ ਬਸੰਤ ਪੰਚਮੀ ਵਾਲੇ ਦਿਨ ਚਰਨ ਪਾ ਕੇ ਪਵਿੱਤਰ ਕੀਤਾ। ਉਹ ਦਿਨ ਬੜੀ ਸ਼ਰਧਾ ਭਾਵਨਾ ਨਾਲ ਸਤਿਗੁਰਾਂ ਦੇ ਸਥਾਨ ਤੇ ਮਨਾਇਆ ਜਾਂਦਾ ਹੈ। ਅੱਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅਖੰਡ ਪਾਠ ਸਾਹਿਬ ਆਰੰਭ ਹੋਣਗੇ, ਪਰਸੋਂ ਭੋਗ ਪਾਏ ਜਾਣਗੇ। ਕੱਲ ਸ਼ਾਮ ਨੂੰ 7 ਵਜੇ ਤੋਂ ਲੈ ਕੇ ਰਾਤ ਦੇ 11 ਵਜੇ ਤੱਕ ਕਵੀ ਦਰਬਾਰ ਹੋਣਗੇ। ਸਾਰੀ ਰਾਤ ਹਰੀ ਜਸ ਹੋਵੇਗਾ। ਪਰਸੋਂ 5 ਤਰੀਕ ਨੂੰ ਅੰਮ੍ਰਿਤ ਵੇਲੇ ਆਸਾ ਜੀ ਦੀ ਵਾਰ ਦੇ ਕੀਰਤਨ ਦੀ ਸੇਵਾ ਸਤਿਗੁਰਾਂ ਦੇ ਪਾਵਨ ਸਥਾਨ ਤੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਭਾਈ ਸਾਹਿਬ ਭਾਈ ਰਣਧੀਰ ਸਿੰਘ ਜੀ ਹਾਜ਼ਰੀ ਭਰਨਗੇ। ਦਿਨੇ ਦੀਵਾਨ ਸਜਣਗੇ। ਪਰਸੋਂ ਸ਼ਾਮ ਨੂੰ 5 ਵਜੇ ਤੋਂ ਲੈ ਕੇ ਰਾਤ ਦੇ 11 ਵਜੇ ਤੱਕ ਬਸੰਤ ਰਾਗ ਦਰਬਾਰ ਹੋਣਗੇ। ਸਮੂਹ ਸੰਗਤਾਂ ਨੂੰ ਬੇਨਤੀ ਹੈ, ਆਪ ਜੀ ਨੇ ਸਮੁੱਚੇ ਸਮਾਗਮਾਂ ਵਿੱਚ ਹਾਜ਼ਰੀਆਂ ਭਰ ਕੇ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ 9ਵੇਂ ਪਾਤਸ਼ਾਹ ਜੀ ਮਹਾਰਾਜ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਜੀ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।